So guys, in today's lecture, we are going to learn how to better attempt MCQs in listening. ਜਿਵੇਂ recent exam ਹੋਇਆ ਸੀਗਾ, students said there were somewhere around 17 plus MCQs, right? Generally ਅਸੀਂ expect ਕਰਕੇ ਚੱਲਦੇ ਹਾਂ section 3 ਉਹਦੇ ਵਿੱਚ MCQs ਹੋਣਗੇ, section 4 10 blanks ਹੋਣਗੀਆਂ ਜੋ ਕਿ rather section 3 ਦੇ ਨਾਲੋਂ easy ਹੁੰਦੀਆਂ ਨੇ attempt ਕਰਨੀਆਂ, but there can be chances ਕਿ section 1 ਦੇ ਵਿੱਚ ਹੀ ਤੁਹਾਨੂੰ MCQs ਆ ਜਾਣ। ਉਹ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੇ ਨਹੀਂ, but ਸਾਡੀ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਪਹਿਲਾ ਸੈਕਸ਼ਨ ਬਹੁਤ ਈਜ਼ੀ ਹੈ, ਅਸੀਂ 10 ਆਊਟ ਆਫ 10 ਕਵਰ ਕਰ ਲਾਂਗੇ, ਬਟ ਅਗਰ ਉਦੋਂ ਜਦੋਂ ਉੱਥੇ MCQs ਆ ਜਾਂਦੇ ਆ ਸਾਡਾ ਸਕੋਰ ਅਫੈਕਟ ਹੋ ਜਾਂਦਾ। ਐਂਡ ਅਗੇਨ ਸੈਕਸ਼ਨ 2 ਦੇ ਵਿੱਚ ਵੀ ਅਗਰ ਆਉਂਦੇ ਨੇ ਦੈਨ ਮੇਕ ਦ ਲਾਈਫ ਡਿਫਿਕਲਟ। MCQs ਕਿੱਦਾਂ ਕਰੈਕਟ ਕਰਨੇ ਨੇ, ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਲਰਨ। ਬਟ ਰਿਮੈਂਬਰ, ਕੋਈ ਵੀ ਸਟੂਡੈਂਟ ਜਿਹੜਾ ਕਵੇ ਕਿ ਮੈਂ ਇੱਕ ਵਰਡ ਸੁਣ ਲਿਆ ਸੀ ਤੇ ਮੈਂ ਆਨਸਰ ਲਗਾਤਾ, ਜਾਂ ਮੈਨੂੰ ਆਹ ਸੁਣਿਆ ਸੀ ਤੇ ਮੈਂ ਆਨਸਰ ਲਗਾਤਾ, cannot get good score in the MCQs। ਕਿਉਂ? ਕਿਉਂਕਿ ਉਹਨੇ 3 ਆਪਸ਼ਨਸ ਬਣਾਈਆਂ ਨੇ, ਤਿੰਨਾਂ ਆਪਸ਼ਨਸ ਨੂੰ ਧਿਆਨ 'ਚ ਰੱਖ ਕੇ ਉਹਨੇ ਕੋਈ ਨਾ ਕੋਈ ਵਰਡ ਬੋਲਣਾ ਜ਼ਰੂਰ ਆ। ਐਂਡ ਜੇ ਤੁਸੀਂ ਸਿਰਫ ਉਸ ਚੀਜ਼ ਤੋਂ ਇਨਫਲੂਐਂਸ ਹੋ ਕੇ ਆਪਣਾ ਆਨਸਰ ਲਗਾਓਗੇ, ਚਾਂਸਿਸ ਆਰ ਵੈਰੀ ਲੈਸ ਦੈਟ ਆਨਸਰ ਇਜ਼ ਗੋਇੰਗ ਟੂ ਬੀ 100% ਕਰੈਕਟ। ਬਟ ਜੇਕਰ ਤੁਸੀਂ ਉਹਦੀ ਪੂਰੀ ਗੱਲ ਨੂੰ ਸਮਝੋਗੇ ਫਿਰ ਆਪਣਾ ਡਿਸੀਜਨ ਲਓਗੇ, ਦੀ ਆਨਸਰਸ ਵੁੱਡ ਬੀ ਕਰੈਕਟ। ਯੂ ਹੈਵ ਟੂ ਅੰਡਰਸਟੈਂਡ ਦੀ ਇਮੋਸ਼ਨਸ ਐਂਡ ਯੂ ਹੈਵ ਟੂ ਆਪਾਂ ਕਰੈਕਟ ਆਨਸਰ ਨਹੀਂ ਲੱਭਣਾ। ਜਿਵੇਂ ਰੀਡਿੰਗ ਦੇ ਵਿੱਚ ਆਪਾਂ MCQ ਦੇ ਵਿੱਚ ਕੀ ਕਰਦੇ ਹਾਂ, ਰੋਂਗ ਆਪਸ਼ਨਸ ਨੂੰ ਐਲੀਮੀਨੇਟ ਕਰਦੇ ਹਾਂ, ਆਪਾਂ ਓਵਰਲੀ ਸਕਿੱਲ ਡਿਵੈਲਪ ਕਰਾਂਗੇ, ਠੀਕ ਹੈ। ਸੋ ਦਿਸ ਇਜ਼ ਅ ਟੈਸਟ ਵਿਦ ਲੋਟਸ ਆਫ MCQs starting from question number 11. IELTS listening the mantra to get good score in listening no matter what question type is read ahead. ਜੇ ਤਾਂ ਉਹਦੇ ਬੋਲਣ ਤੋਂ ਪਹਿਲਾਂ ਤੁਸੀਂ ਰੀਡਿੰਗ ਕਰਕੇ ਆਪਣੇ ਮਾਈਂਡ ਦੇ ਵਿੱਚ ਕੁਐਸਚਨਸ ਕਲੀਅਰ ਕਰ ਲਏ, ਚਾਂਸਿਸ ਇਹੀ ਨੇ ਕਿ ਤੁਹਾਡੇ ਆਨਸਰਸ ਕਰੈਕਟ ਜਾਣਗੇ। ਸਭ ਤੋਂ ਪਹਿਲਾ ਕੁਐਸਚਨ, ਵਾਈ ਵਾਜ਼ ਦੀ ਫਿਲਮ ਫੈਸਟੀਵਲ ਸਟਾਰਟਡ? ਐਡਬਰਨ ਫਿਲਮ ਫੈਸਟੀਵਲ ਦੀ ਗੱਲਬਾਤ ਹੋਣ ਜਾ ਰਹੀ ਹੈ। ਇੱਕ ਬੰਦਾ ਸਪੀਚ ਦੇ ਰਿਹਾ ਹੋਏਗਾ ਅਤੇ ਉਹ ਦੱਸੇਗਾ ਕਿ ਇਹ ਫਿਲਮ ਫੈਸਟੀਵਲ ਸਟਾਰਟ ਕਿਉਂ ਹੋਇਆ। ਪਹਿਲਾ ਆਪਸ਼ਨ ਸਾਰੇ ਰੀਡ ਕਰੋ, 2 ਤਾਂ ਕਿ ਲੋਕਲ ਪੀਪਲ ਆ ਜਿਹੜੇ ਉਹ ਫਿਲਮਸ ਬਣਾਉਣ ਦੇ ਪ੍ਰਤੀ ਇਨਕਰੇਜ ਹੋਣ। ਨੰਬਰ 2 ਟੂ ਬ੍ਰਿੰਗ ਮੋਰ ਟੂਰਿਸਟ। ਇੱਥੇ ਸਟਰੋਂਗ ਕੀਵਰਡ ਕੀ ਆ, ਟੂਰਿਸਟ, ਕਿਉਂਕਿ ਜੇ ਅਗਰ ਕਿਤੇ ਫਿਲਮ ਇੰਡਸਟਰੀ ਹੋਏਗੀ, ਆਪਣੀ ਗਵਰਨਮੈਂਟ ਵੀ ਸ਼ਾਇਦ ਬਣਾਉਣ ਲੱਗੀ ਹੈ ਚੰਡੀਗੜ੍ਹ ਦੇ ਨੇੜੇ ਤੇੜੇ, ਫਿਰ ਕੀ ਆ, ਟੂਰਿਸਟ ਉੱਥੇ ਉਸ ਅਟਰੈਕਸ਼ਨ ਨੂੰ ਦੇਖਣ ਜਾਂਦੇ ਆ। ਟੂ ਯੂਜ਼ ਮਨੀ ਰਿਲੀਜ਼ ਫਰੋਮ ਅਨਦਰ ਪ੍ਰੋਜੈਕਟਸ, ਮਤਲਬ ਕੋਈ ਹੋਰ ਪ੍ਰੋਜੈਕਟ ਚੱਲ ਰਿਹਾ, ਉੱਥੋਂ ਬਹੁਤ ਪੈਸਾ ਆ ਰਿਹਾ ਜਿਹਦੇ ਕਰਕੇ ਉਹਨਾਂ ਨੇ ਸੋਚਿਆ ਕਿ ਇਸ ਪੈਸੇ ਨੂੰ ਇਹਦੇ ਉੱਪਰ ਲਗਾ ਦਿੱਤਾ ਜਾਵੇ। ਸ਼ੁਡ ਵੀ ਸਟਾਰਟ? ਥੈਂਕ ਯੂ। ਕਿਉਂਕਿ ਰੀਅਲ ਐਗਜ਼ਾਮ ਦੇ ਵਿੱਚ ਸੈਕਸ਼ਨ ਵਾਈਜ਼ ਕਹੇਗਾ ਕਿ ਨਾਓ ਫਰੋਮ ਕੁਐਸਚਨ 11 to 16, ਬਟ ਆਪਾਂ ਇੱਕ ਇੱਕ ਕਰਕੇ ਪਲੇ ਕਰਾਂਗੇ ਸੋ ਦੈਟ ਵੀ ਕੈਨ ਲਰਨ ਦ ਬੇਸਿਕਸ ਐਂਡ ਦ important things to remember. Can you tell us a bit about the background to the festival and what it brings to the town? So it is more like an interview where this person is asking something to the speaker ਤੇ ਉਹ ਡਿਟੇਲ ਦੇ ਵਿੱਚ ਆਨਸਰਸ ਦਿੰਦੀ ਜਾਏਗੀ, ਸੋ ਵਿਚ ਵੁੱਡ ਮੇਕ ਆਰ ਲਾਈਫ ਈਜ਼ੀਅਰ। ਸਾਨੂੰ ਪਤਾ ਕਿ ਕਿਹੜੇ ਕੁਐਸਚਨ ਦਾ ਆਨਸਰ ਕਦੋਂ ਆਉਣਾ। ਹੁਣ ਉਹਦੀ ਟਾਕ ਦੇ ਵਿੱਚੋਂ ਆਪਾਂ ਇਸ ਚੀਜ਼ ਦਾ ਆਨਸਰ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੇ ਸਟਾਰਟ ਕਿਉਂ ਕੀਤਾ। Well, the festival was started in 1996 by the then mayor of Adborne, Joanne Smith. She wasn't a filmmaker herself. She'd actually been a very energetic tourism development officer for many years. But Adborne had run a classical music festival, which had been becoming less and less popular in recent years. Joanne was looking around for something to replace it, and to use funds allocated to it to promote something which local people can enjoy. Great. So, tell us about the festival nowadays. So the answer is, A वाले हैंड रेज करो, किसी को A लगता? No. B वाले हैंड रेज करो, nobody, and everyone C? C कि C तो भी मुकर गए हो। रीज़न की है जगजीवन, why C? ओहो भाई ने उम्मीद नहीं सी मेरे को आ जाएगा। क्विक रिस्पॉन्स, why C? ਲੋਕਲ ਪੀਪਲ ਵੀ ਸਾਰਿਆਂ ਨੂੰ ਸੁਣਿਆ ਸੀ ਨਾ, ਟੂਰਿਜ਼ਮ ਵੀ ਸਾਰਿਆਂ ਨੂੰ ਸੁਣਿਆ ਸੀਗਾ। ਇਹ A ਤੇ B ਆਪਸ਼ਨ ਨੇ, ਤੇ C ਆਨਸਰ ਕਿਉਂ ਲਗਾਇਆ ਆਪਾਂ?
ਲੇਡੀ ਕੌਣ ਸੀਗੀ ਇੱਕ ਉਥੋਂ ਦੀ ਜਿਹੜੀ ਕੀ ਚਾਹੁੰਦੀ ਸੀਗੀ ਐਗਜ਼ੈਕਟਲੀ ਹੁਣ ਉੱਥੇ ਉਹ ਟੂਰਿਜ਼ਮ ਨੂੰ ਜਿਹੜਾ ਹੈਗਾ ਕੀ ਨਾਮ ਹੁੰਦਾ ਕਿ ਡਿਪਾਰਟਮੈਂਟ ਦੇ ਵਿੱਚ ਵੈਸੇ ਗੱਲ ਕੀਤੀ ਉਹ ਇਹ ਨਹੀਂ ਹੈ ਕਿ ਬ੍ਰਿੰਗ ਟੂਰਿਸਟ ਲਿਆਉਣਾ ਚਾਹੁੰਦੀ ਸੀਗੀ ਫਿਰ ਉਹਨੇ ਗੱਲ ਕੀਤੀ ਕਿ ਜਿਹੜਾ ਉੱਥੇ ਦਾ ਇੱਕ ਪ੍ਰੋਗਰਾਮ ਸੀਗਾ ਸ਼ਾਇਦ ਮਿਊਜ਼ੀਕਲ ਪ੍ਰੋਗਰਾਮ ਸੀਗਾ ਉਹ ਆਪਣੀ ਵੈਲਿਊ ਘਟਾਉਂਦਾ ਜਾ ਰਿਹਾ ਸੀ ਉਹਦੀ ਪੋਪੂਲੈਰਿਟੀ ਘਟਦੀ ਜਾ ਰਹੀ ਸੀਗੀ ਲੋਕਾਂ ਦੀ ਐਂਟਰਟੇਨਮੈਂਟ ਨੂੰ ਧਿਆਨ 'ਚ ਰੱਖਦੇ ਹੋਏ ਫਿਰ ਉਹ ਕਿਉਂਕਿ ਫੰਡ ਸੀਗੇ ਜਿਹਦੇ ਕਰਕੇ ਉਹਨਾਂ ਨੇ ਕੀ ਹੈ ਇਸ ਫਿਲਮ ਇੰਡਸਟਰੀ ਨੂੰ ਉੱਥੇ ਡਿਵੈਲਪ ਕੀਤਾ ਸੋ C is the correct answer. Next one, what is the price range of tickets? £1 to 2.50, 50 पैसे pence to £2, 1.50 to 2.50. Let's see. Well, it's held in the last 2 ਇਹੋ ਜਿਹੇ ਕੇਸਿਸ ਜ਼ਿਆਦਾਤਰ ਕੀ ਹੋਏਗਾ ਪਹਿਲਾਂ ਕਹੇਗੀ ਜਾਣ ਕੇ ਕਿ ਅਸੀਂ ਡਿਸਾਈਡ ਕੀਤਾ ਸੀ ਵੀ ਇੰਨਾ ਪ੍ਰਾਈਸ ਰੱਖਾਂਗੇ ਪਰ ਬਾਅਦ 'ਚ ਅਸੀਂ ਫਿਰ ਇੰਨਾ ਕਰਤਾ ਸੋ ਜਿਹਨੂੰ ਜਿਹੜਾ ਸੁਣ ਗਿਆ ਉਹਨੇ ਗਲਤੀ ਨਾਲ ਉਹ ਆਨਸਰ ਲਗਾ ਦੇਣਾ ਸੋ ਆਲਵੇਜ਼ ਲਿਸਨ ਕੰਪਲੀਟ ਇਨਫੋਰਮੇਸ਼ਨ weeks of August every year, and short films from all over the world are shown in 3 places, in the theatre and our 2 cinemas. Several films are shown in one performance, and the whole thing lasts about 90 minutes. Tickets are very reasonably priced. Under 12s used to get in for 50p, but now we charge just £1, which is still very good value. £1.50 for students and £2.50 for everyone else. Performances are advertised all around town and also on our ticket sing is over. ਸੁਖਵੀਰ ਤੁਹਾਡਾ ਕੀ ਆਨਸਰ ਆ A ਕਿਸੇ ਦਾ ਹੋਰ A ਆਨਸਰ ਹੋਵੇ B ਕਿਸੇ ਦਾ ਆਨਸਰ ਨਹੀਂ ਮਨਜੋਤ ਨਹੀਂ ਪੱਕਾ and C ਰਾਜਪ੍ਰੀਤ yeah why Yeah, the 1.50 children's teenagers like the 2.50 adults. but the correct answer is A. ਉਹਨੇ ਅੰਡਰ 12 ਤੋਂ ਗੱਲ ਸਟਾਰਟ ਕੀਤੀ ਮਾਈ ਡੀਅਰ ਕਿ ਅੰਡਰ 12 ਤੋਂ ਅਸੀਂ ਮੈਂ ਜਿਵੇਂ ਕਿਹਾ ਸੀ ਨਾ ਕਿ ਪਹਿਲਾਂ ਜਾਣ ਕੇ ਕਨਫਿਊਜ਼ ਕਰਨ ਲਈ ਵੱਧ ਤੋਂ ਵੱਧ ਇੱਦਾਂ ਕਰ ਸਕਦੇ ਆ ਫੋਨ ਨੰਬਰ ਦੇਣਗੇ ਤਾਂ ਮਾਈ ਫੋਨ ਨੰਬਰ ਇਜ਼ 788 ਆਮ ਸੌਰੀ 877 ਸੋ ਇਹਦਾ ਮਤਲਬ ਕੀ ਹੈ ਤੁਹਾਨੂੰ ਫਟਾਫਟ ਕਰੈਕਸ਼ਨ ਕਰਨੀ ਪਏਗੀ 12 ਸਾਲ ਤੋਂ ਘੱਟ ਵਾਲਿਆਂ ਦੇ ਲਈ ਪਹਿਲਾਂ ਉਹ ਕੀ ਚਾਰਜ ਕਰ ਰਹੇ ਸੀ 50p ਪਾਉਂਡ ਰੋ ਪੈਣਗੇ ਵਿਚਾਰੇ ਪੈਂਸ ਨੇ ਬਟ ਉਹਨੇ ਪੀ ਆਮ ਉਹਦੇ ਪੀ ਯੂਜ਼ ਕਰਦੇ ਨੇ ਪੀ ਵੈਸੇ ਚੁੱਚੂ ਨੂੰ ਵੀ ਬੋਲਦੇ ਆ ਅਗੜ ਪੀ ਆਮ ਗੋਇੰਗ ਫॉर ਪੀ ਨਹੀਂ ਪਤਾ ਸੀ ਰਮਨ ਨੂੰ ਭਾਈ ਤਾਂ ਯੈਸ ਐਨੀਵੇ ਬਾਹਰ ਗੋਰੇ 99% ਪੀ ਬੋਲਣਗੇ ਓਕੇ ਨਾ 12 ਘੱਟ 50 ਲੇਕਿਨ ਨਾਓ ਵੀ ਆਰ ਚਾਰਜਿੰਗ £1 ਜਿਹੜੇ ਸਕੂਲ ਗੋਇੰਗ ਜਿਵੇਂ ਬਾਹਰ ਵਾਲੇ ਆ ਉਹਨਾਂ ਦੇ ਲਈ 1.50 ਫॉर एवरीवन एल्स 250 ਇਹਦਾ ਮਤਲਬ ਜਿਹੜੀ ਰੇਂਜ ਬਣੀ ਉਹ ਕੀ ਬਣੀ 1 ਪਾਉਂਡ ਤੋਂ ਲੈ ਕੇ 2.5 ਪਾਉਂਡ ठीक है let's start as well as online tickets for the films can be obtained online ticket कित्थों मिलेगी पहला local library दूसरा several different shops ते तीसरा 2 festival cinemas our website www.adbornfest.com. If you're interested in attending any performance, you can buy tickets online, of course, and you can also get them in the library, which is right next to the main shopping area. I'm afraid this year tickets are no longer available from either of the 2 cinemas because of restricted opening times. Komal? Hanji? A. Karam? B. Anyone with B? Anyone with C? You? Why C? उल्टा करता है करेक्ट आंसर इज I'm afraid किधर यूज कर रहे हैं I'm afraid पापा तो दिस इज द मैन्यू ऑन कॉल I'm afraid I cannot come tomorrow ठीक है I'm afraid ਅਸੀਂ ਜਦੋਂ ਕੁਝ ਨੈਗੇਟਿਵ ਕਹਿਣਾ ਉਹਦੇ ਤੋਂ ਪਹਿਲਾਂ I'm sorry the sound ਹੁੰਦੀ ਹੈ ਇਹਦੇ ਵਿੱਚ
she said कि ਇਹ ਤੁਹਾਨੂੰ ऑनलाइन ਵੈਬਸਾਈਟ ਤੋਂ ਇਲਾਵਾ ਕਿੱਥੋਂ ਮਿਲ ਜਾਣਗੀਆਂ ਲਾਇਬ੍ਰੇਰੀ which is in the shopping center ਜਾਣ ਕੇ ਉਹਨੇ ਸ਼ਾਪ ਵਾਲਾ ਵਰਡ ਇੰਟਰੋਡਿਊਸ ਕਰ ਲਿਆ ਤੇ ਬਚ ਕੇ ਕਹਿੰਦੀ ਆਮ ਅਫਰੇਡ ਕਿ ਜਿਵੇਂ ਪਹਿਲਾਂ ਮਿਲਦੀਆਂ ਸੀ ਅੱਜ ਕਿ ਉਹ ਸਿਨੇਮਾਸ ਤੇ ਨਹੀਂ ਮਿਲਣਗੀਆਂ ਤੁਸੀਂ ਨੋਟਿਸ ਕਰ ਰਹੇ ਹੋ ਹਰ ਆਪਸ਼ਨ ਦੇ ਵਿੱਚ ਹਰ ਇੱਕ ਕੁਐਸਚਨ ਦੇ ਵਿੱਚ all three options are getting involved and if you do not listen carefully and completely your answers would go wrong ਕਰਮ unnecessarily ਗਲਤ ਕਰ ਲਿਆ ਤੁਸੀਂ ਇਹ next one last year's winning film was about ਉਹ ਕਾਦੇ ਬਾਰੇ ਸੀ farms of the future ਮਤਲਬ ਫਿਊਚਰ ਦੇ ਵਿੱਚ ਫਾਰਮਸ ਦੀ ਜਗ੍ਹਾ ਉਹ ਕੋਈ ਵੀ ਐਗਰੀਕਲਚਰ ਨਾਲ ਰਿਲੇਟਡ ਵਰਡ ਯੂਜ਼ ਕਰ ਸਕਦਾ ਸੈਕੰਡ ਸਕੂਲਸ ਐਂਡ ਦੀ এনवायरमेंट ਐਜੂਕੇਸ਼ਨ ਦੇ ਨਾਲ ਰਿਲੇਟਡ ਆ ਥਰਡ ਵਨ ਇਜ਼ green transport options. I understand you also run a film competition? Yes, for under 18s. We have a different theme every year. Last year, for example, the theme was Future Planet, and the winner was a 10-minute documentary encouraging youngsters to be more aware of environmental issues, focusing on getting school kids to cycle to school instead of going by car. This year, the theme is Sporting Nation. So last year winning film was Sabda किस ਨੂੰ ਕੋਈ ਡਾਊਟ ਕਰਮ ਨੂੰ ਡਾਊਟ ਰਾਜਪ੍ਰੀਤ ਕਲੀਅਰ ਕਰੋਗੇ ਜਾਂ ਸਾਹਿਲ ਵਾਈ ਸੀ ਸੋ ਉਹ ਪਿਛਲੇ ਸਾਲ ਦਾ ਸੀਗਾ ਕਿ ਉਹਨਾਂ ਨੇ ਆਪਣੀ ਮੀਰ ਪਾਸਪੋਰਟ ਜਿਹੜੀ ਆਪਣਾ ਕੋਮਲ मेगा education की भी ज़्यादा ज़रूरत हुई है so I think B why पिछले साल उन्होंने फ्यूचर बारे क्या सी कि सोचा सी बट लास्ट में उन्होंने कहता सी कि इट वाज फोकसिंग ऑन बी ट्रांसपोर्ट ਇੰਨੇ ਕਨਫਿਊਜ਼ ਉਹਦਾ ਥੀਮ ਹੀ ਫਿਊਚਰ ਨਾਲ ਰਿਲੇਟਡ ਸੀਗਾ ਤਾਂ ਹੀ ਤਾਂ ਸਾਰੀਆਂ ਦੇਖੋ ਆਪਸ਼ਨਸ ਵੀ ਕੀ ਨੇ ਕਿ ਫਿਊਚਰ ਫਾਰਮਸ ਕਿੱਦਾਂ ਦੇ ਹੋਣਗੇ এনवायरमेंट ਕਿੱਦਾਂ ਦਾ ਹੋਏਗਾ ਗ੍ਰੀਨ ਟਰਾਂਸਪੋਰਟੇਸ਼ਨ ਕਿੱਦਾਂ ਦਾ ਹੋਏਗਾ ਹੁਣ ਉਸ ਤੋਂ ਬਾਅਦ ਉਹਨੇ ਹੁਣ ਦੀ ਗੱਲ ਕਰਤੀ ਕਿ ਦਿਸ ਈਅਰ ਸਾਡਾ ਆਹ ਲਾਸਟ ਲਾਈਨ ਉਹਦੀ ਬਿਟ ਸੁਣੋ ਤਾਂ ਸੀ ਉਹਨੇ ਕੀ ਕਿਹਾ I understand you also run a film competition? Yes, for under 18s. We have a different theme every year. Last year, for example, the theme was Future Planet. Last time ਸਾਡਾ ਕੀ ਸੀਗਾ ਫਿਊਚਰ ਪਲੈਨਟ ਸੀਗਾ and the winner was a 10-minute documentary. ਜਿਹੜੀ ਵਿਨਰ ਸੀਗੇ ਉਹ ਕੌਣ ਸੀਗੇ ਇੱਕ 10 ਮਿੰਟ ਡਾਕੂਮੈਂਟਰੀ ਲੈ ਕੇ ਆਏ ਸੀਗੇ ਕਾਦੀ ਸੀ encouraging youngsters to be more aware of environmental issues, focusing on getting school kids to cycle to school instead of going by car. ਫੋਕਸ ਕਾਦਾ ਉੱਪਰ ਸੀਗਾ ਕਿ ਕਿਵੇਂ ਬੱਚਿਆਂ ਨੂੰ ਸਕੂਲ ਤੱਕ on bicycle rather than the car, so it was associated with the green transport option, which is actually C. This year the competition prize is a stay in a hotel. Very good. Film making equipment, शायद कोई कैमरा वगैरह, a sum of money. This year the theme is Sporting Nation, so there'll also be lots of ideas to choose from. Now, we're always on the lookout for new local talent, so if you live in the Adbourne area and are under 18, you should have a go. We have an excellent prize every year. You should have a go. ਇਹਦਾ ਕੀ ਮਤਲਬ ਆ try the synonym ਹੁੰਦਾ why don't you give it a go you should give it a go matlab you should try it very good donated by local businesses, shops, hotels, etc. This year you can win a high-spec movie camera worth over £800. Application forms are on the website and the deadline for sending in your film to enter the competition is the last day of July. and you know that the answer is B because she said yes a camera ਤੇ ਉਹਨੇ ਜਾਣ ਕੇ ਪ੍ਰਾਈਜ਼ ਹਾਈਲਾਈਟ ਕੀਤਾ ਤਾਂ ਕਿ ਤੁਹਾਡਾ ਧਿਆਨ ਆ ਜਿਹੜਾ ਸਮ ਆਫ ਮਨੀ ਵੱਲ ਜਾਏ ਬਟ ਇਟ ਹੈਜ਼ ਨਥਿੰਗ ਟੂ ਡੂ ਬੀ ਇਜ਼ ਕਰੈਕਟ ਆਂਸਰ ਸੋ ਥੋੜਾ ਜਿਹਾ ਅਗਰ ਮਿਸ ਹੋ ਗਿਆ ਹੋਵੇਗਾ ਕਿਉਂਕਿ ਆਪਾਂ ਨੂੰ ਟਾਈਮ ਨਾਲ ਵੀ ਲੈਣਾ ਦੇਣਾ ਸੀਗਾ
Deadline for entering a film in the competition is the end of May, June या July. And the deadline for sending in your film to enter the competition is the last day of July. It's May now, so you'll have the whole of June to be working on it. It is May. ਜਾਂਦੇ ਜਾਂਦੇ ਵੀ ਪੰਗਾ ਜ਼ਰੂਰ ਲੈਣਾ ਕਿ May ਚਲਦੀ ਪਈ ਆ, ਪੂਰਾ ਤੁਹਾਡੇ ਕੋਲ ਜੂਨ ਪਿਆ ਤੇ ਸਾਡਾ ਆਨਸਰ ਕੀ ਹੈ? ਹਾਂ? C. Last date of July means end of July. So as we will move on, you will see the complexity of the test will continue to increase. Now we have to look for what two main criteria are used to judge the film competition. अगर कोई फिल्म बना के लेके आंदा ਜਿਹੜੇ ਉੱਥੇ ਜੱਜ ਬੈਠੇ ਆ ਉਹ ਕੀ ਕ੍ਰਾਈਟੇਰੀਆ ਯੂਜ਼ ਕਰਦੇ ਆ ਕਿ ਅਸੀਂ ਇਹਨੂੰ ਵਿਨਰ ਡਿਕਲੇਅਰ ਕਰਾਂਗੇ? ਪਹਿਲਾ ability to persuade. ਕਿਹਨੂੰ ਨਹੀਂ ਪਤਾ? ਇਹ ਜਿਹਨੂੰ ਪਤਾ ਫਟਾਫਟ ਦੱਸੋ what is persuade? Oh my god, ਹੈ? ਨਹੀਂ ਯਾਰ, ਤੁਹਾਨੂੰ ਤਾਂ ਪਤਾ ਹੈ ਜੀ, ਤੁਸੀਂ ਆਪਣੇ ਡੈਡ ਨੂੰ ਕੀ ਕੀਤਾ? ਯੈਸ, ਕਨਵਿੰਸ ਦਾ ਸਿਨੋਨਿਮ ਆ, ਮਤਲਬ ਜੋ ਚੀਜ਼ ਉਹ ਦਿਖਾਣੀ ਚਾਹੁੰਦਾ ਥਰੂ ਮੂਵੀ ਕਿ ਉਹਨੂੰ ਦੇਖ ਕੇ ਜਿਹੜਾ ਆਡੀਅੰਸ ਵੀ ਉਸ ਚੀਜ਼ ਨਾਲ ਕਨਵਿੰਸ ਹੁੰਦਾ ਕਿ ਨਹੀਂ. ਨੰਬਰ 2 ਕੁਆਲਿਟੀ ਆਫ ਦ ਸਟੋਰੀ. ਨੰਬਰ 3 ਮੈਮੋਰੇਬਲ ਕੈਰੈਕਟਰਸ. ਨੈਕਸਟ ਕੁਆਲਿਟੀ ਆਫ ਫੋਟੋਗ੍ਰਾਫੀ ਐਂਡ originality, ਕਿੰਨਾ ਕੁ ਉਹਦੇ ਵਿੱਚ ਯੂਨੀਕ ਜਾਂ ਨਵਾਂ ਪਾਣਾ. And what are the judges looking for? Well, although we choose very topical issues like the environment, we're not looking for propaganda, trying to get people to do something. Instead, we're looking for a new angle, a fresh way of looking at a theme. And of course, because it's a short film festival, it's not really about a fully worked story with well-rounded characters. It's more about good photography, conveying things visually. And who judges the films? Answer. Ability to persuade. क्या उन्हें कुछ भी था? नहीं. हरजीत. Quality of the story. क्या? क्या? उन्हें क्या कि साढ़े लिए कोई इन्नी ज़्यादा वैल्यू नहीं रख दी गई. रणदीप. Memorable characters. कोई गल आई? नहीं. Harman. Quality of photography. This is the last bit that she was all talking about. Originality. काफ़ी सारे वर्ड यूज़ किए थे उन्हें. Freshness, नवापन, blah blah blah. इस तो previous वो सिर्फ फर्स्ट चीज़ उन्हें ओरिजिनलिटी तो स्टार्ट की थी, फिर उन्हें किस दूसरी स्टोरी वगैरह कोई इतनी ज़्यादा इंपॉर्टेंट नहीं कर दी, बट उन्हें फिर क्वालिटी ऑफ फोटोग्राफी दी की थी. सो E and D, fourth and fifth option are the correct answer. Now 2 changes will be made to the competition next year. केड़े चेंजेस करेंगे? A new way of judging. शायद हो सकता क्योंकि उन्होंने पूछा कि उन्होंने जज किमें करते हैं या जज कौन करता. A different length of film. हुणे 10 मिनट लै रहे, अगे शायद चेंज हो जाए. An additional age category. फिलहाल 18 तो below ने, शायद अगे कोई हो आ जाए. Different performance times and new location for performances. And who judges the films? A panel of 3 people who know a lot about film. We've used the same judges for many years and we're very happy with their expertise. One thing we probably will change next year, though, is we want to add another class and another prize for older filmmakers. We'll keep it at a maximum of 10 minutes, though. The length works well for our festival. We also want to use different venues for the film shows, such as community centres and at least one school. It might make performances more accessible to a wider audience. We did explore the possibility of having late-night showings, but that's unlikely to happen in the coming year. So if you go with the emotions now, you would figure out what are the correct answers. जेडे अच्छे answers, जेडे positive answers ने वो positive ही रहेंगे. जेडे negative ने या तो negative sound ना start हो जाएंगे या start होने तो बाद वो negative हो जाएंगे. पहला, a new way of judging. ਅਸੀਂ ਚਾਹੁੰਦੇ ਹਾਂ ਕਿ ਜਿੰਨੀ ਦੇਰ ਤੱਕ ਵੀ possible ਹੋਵੇ ਸਾਡੇ same judge ਸਾਡੇ ਨਾਲ ਰਹਿਣ. So no change. A different length of film. We are satisfied with the length we have, so no change. An additional age category.
yes we are looking for it. Different performance times, ਬਿਲਕੁਲ ਲਾਸਟ ਵਾਲਾ ਕਿ ਅਸੀਂ ਸੋਚਿਆ ਕਿ ਲੇਟ ਨਾਈਟ ਸਟਾਰਟ ਹੋਵੇ ਬਟ ਫਿਰ ਨੈਗੇਟਿਵ ਕਰਤਾ ਉਹਨੂੰ. ਨਿਊ ਲੋਕੇਸ਼ਨ ਫॉर ਪਰਫਾਰਮੈਂਸ, ਯੈਸ what actually we are looking for. ਵੈਨਿਊ ਦੀ ਗੱਲ ਕੀਤੀ, ਫਿਰ ਉਹਨੇ ਕਿਹਾ ਇੱਕ ਸਕੂਲ ਅਸੀਂ ਜ਼ਰੂਰ ਰੱਖਾਂਗੇ. ਸੋ ਇੱਥੇ ਉਹਨੇ 5 ਦੀਆਂ 5 ਆਪਸ਼ਨਸ ਨੂੰ ਇਨਵੋਲਵ ਕੀਤਾ ਐਂਡ ਓਨਲੀ ਵਿਦ ਪੋਜ਼ਿਟਿਵ ਐਂਡ ਅਫਰਮੇਟਿਵ ਸਾਊਂਡਸ ਵਰ ਦੀ ਕਰੈਕਟ ਆਂਸਰਸ. Moving on to 21 to 24, research on web-based crosswords. Crosswords ਪਤਾ ਨਾ ਅਖਬਾਰ ਦੇ ਵਿੱਚ ਉਹ ਸਵੇਰੇ ਆਉਂਦਾ ਜਿਹੜਾ ਆਪਾਂ ਪਜ਼ਲ ਸੋਲਵ ਕਰਦੇ ਹਾਂ, that is a crossword. ਹੁਣ ਉਹਦੇ ਉੱਪਰ ਰਿਸਰਚ ਹੋ ਰਹੀ ਆ. ਉਹ ਕਿਹੜੇ crosswords ਸੀ? based on web. ਹੁਣ context ਥੋੜਾ ਮੁਸ਼ਕਿਲ ਹੋ ਜਾਏਗਾ ਤਾਂ ਤੁਹਾਨੂੰ ਸਮਝਣਾ ਵੀ ਉਨਾ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਜਾਏਗਾ. First question, Leela and Jake chose this article. ਕਿਉਂ ਚੂਜ਼ ਕੀਤਾ? ਸਭ ਤੋਂ ਪਹਿਲਾ ਪੁਆਇੰਟ ਕੀ ਹੈ? It was topic familiar to most student, ਮਤਲਬ ਕਾਫੀ ਸਾਰੇ ਸਟੂਡੈਂਟਸ ਇਹਦੇ ਨਾਲ ਜਾਣੂ ਨੇ. It covered both ID and education issue. ਇਹਦੇ ਵਿੱਚ IT ਤੇ education ਦੋਨੋਂ ਚੀਜ਼ਾਂ ਕਵਰ ਨੇ. ਇੱਥੇ ਇਨ ਬਿਟਵੀਨ ਤੁਹਾਨੂੰ ਤਕਰੀਬਨ ਮਿੰਟ ਐਂਡ ਹਾਫ ਤੱਕ ਦਾ ਟਾਈਮ ਮਿਲ ਜਾਂਦਾ. ਜਦੋਂ ਸੈਕਸ਼ਨ 2 ਓਵਰ ਹੋਣ ਤੇ ਕਹੇਗਾ the section 2 is over, now you have time to check. Then the beginning of section 3, then now you have time to read question number this to this. ਇਹ ਸਾਰੇ ਟਾਈਮ ਨੂੰ ਯੂਟਿਲਾਈਜ਼ ਕਰਕੇ ਬਾਰ-ਬਾਰ ਤੁਸੀਂ ਸਾਰੇ ਕੁਐਸਚਨਸ ਨੂੰ ਰੀਡ ਕਰਕੇ ਆਪਣੇ ਮਾਈਂਡ 'ਚ ਇਨਫੋਰਮੇਸ਼ਨ ਨੂੰ ਰਿਟੇਨ ਕਰਨਾ. So the task I gave you both was to choose an article about a small-scale research project. ਜਦੋਂ ਵੀ ਇਹਨੂੰ ਡਿਸਕਸ਼ਨ ਬੋਲਦੇ ਆ, ਇੱਕ ਹੁੰਦਾ ਮੋਨੋਲੌਗ, ਇੱਕੋ ਬੰਦਾ ਹੀ ਬੋਲੀ ਜਾ ਰਿਹਾ. ਇੱਕ ਹੁੰਦਾ ਡਾਇਲੌਗ, ਜਿੱਥੇ ਜਿਵੇਂ ਪਿੱਛੇ ਸੀਗਾ ਇੱਕ ਬੰਦਾ ਪੁੱਛ ਰਿਹਾ ਸੀ, ਦੂਸਰਾ ਦੱਸ ਰਿਹਾ ਸੀਗਾ. ਐਂਡ ਦਿਸ ਇਜ਼ ਅ ਡਿਸਕਸ਼ਨ. You really need to be super sure about the 3 different or 4 different sounds coming. ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਆਨਸਰ ਕਿੰਨੇ ਦੇਣਾ ਤਾਂ ਕਿ ਤੁਹਾਨੂੰ ਉਹ ਪਤਾ ਲੱਗੇ ਵੀ ਹੁਣ ਮੈਨੂੰ ਆਨਸਰ ਲਗਾਉਣਾ. ਇਹ ਟ੍ਰੇਨਰ ਦੀ ਜਾਂ ਟੀਚਰ ਦੀ ਆਵਾਜ਼ ਹੈ ਜਿਹੜੀ ਪੁੱਛ ਰਹੀ ਹੈ ਵੀ ਮੈਂ ਤੁਹਾਨੂੰ ਦਿੱਤਾ ਸੀ ਵੀ ਕਾਕੇ ਕੀ ਬਣਿਆ. Yes. You were then required to try to reproduce the research procedures in your own context, i.e. try it out for yourselves. Yeah, and that's what we've done. Great. So I'd like you to tell me a bit about the article and why you chose it. Well, the article's written by 2 university lecturers who had started using crosswords to help their students revise terminology for exams. And the crosswords were designed and set on computers. And we selected the article because, well, it seemed an accessible topic, even though we weren't familiar with the technique. You know, using IT to design crosswords for higher education. That's a good reason. So these lecturers wanted to see... The answer would be C. why C? So उन्होंने simple Fairly accessible. Even if we do not know the right techniques, ਕਿ ਕਰਨਾ ਕਿਵੇਂ ਆ ਇਹਦੇ ਬਾਰੇ ਭਾਵੇਂ ਨਾਮ ਵੀ ਪਤਾ ਹੋਏਗਾ ਬਟ ਫਿਰ ਵੀ ਬੜਾ ਸਟ੍ਰੇਟ ਫਾਰਵਰਡ ਜਿਹਾ ਲੱਗਿਆ ਸਾਨੂੰ, ਜਿਵੇਂ ਉੱਥੇ ਉਹਨੇ ਐਕਸੈਸਿਬਲ ਜਿਹਾ ਯੂਜ਼ ਕਰ ਲਿਆ. ਫॉर दैट ਰੀਜ਼ਨ ਵੈਰੀ ਸਟ੍ਰੇਟ ਫਾਰਵਰਡ ਕਨਸੈਪਟ ਜੋ ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ ਨੂੰ ਟੀਚ ਕਰਨ ਲਈ ਹੈਲਪ ਕੀਤਾ ਜਾਂਦਾ, ਲਿੱਤੀ ਜਾਂਦੀ ਹੈ crosswords ਦੀ. ਨੈਕਸਟ, ਹਾਊ ਡਿਡ ਲੀਲਾ ਐਂਡ ਜੇਕ ਪਰਸੂਏਡ ਸਟੂਡੈਂਟਸ ਟੂ ਟੇਕ ਪਾਰਟ ਇਨ ਦ ਰਿਸਰਚ. ਉਹਨਾਂ ਨੇ ਕਿਵੇਂ ਕਿਹਾ ਵੀ ਸਾਡੀ ਪਲੀਜ਼ ਰਿਸਰਚ ਵਿੱਚ ਤੁਸੀਂ ਪਾਰਟੀਸਿਪੇਟ ਕਰੋ. ਦੇ ਕਨਵਿੰਸ ਦੈਮ they would enjoy the experience. ਉਹਨਾਂ ਨੂੰ ਕਿਹਾ ਵੀ ਤੁਹਾਨੂੰ ਬੜਾ ਮਜ਼ਾ ਆਏਗਾ. they said it would help them to do a particular test, ਕੋਈ ਖਾਸ ਟੈਸਟ ਕਰਨ ਦੇ ਵਿੱਚ ਤੁਹਾਨੂੰ ਫਾਇਦਾ ਹੋਏਗਾ. they offer to help them when their own research later on, ਵੀ ਅੱਜ ਤੁਸੀਂ ਸਾਡੀ ਹੈਲਪ ਕਰ ਦਿਓ, ਕੱਲ ਨੂੰ ਅਸੀਂ ਤੁਹਾਡੀ ਕਰ ਦਾਂਗੇ. you scratch my back, I will scratch yours. to see how well this innovation was received by their students. Yes. So how did you go about reproducing the research? Well, we drew up a list of terms from one of our own modules and designed a crossword for revising these terms. Then we asked our classmates to try out the crossword and give us feedback, their opinions on how they felt about using the technique. Was it easy to find participants? It wasn't easy. So this is where we are going to listen to the, ਕਿਉਂਕਿ ਫਿਲਹਾਲ ਉਹਨੇ ਦੱਸਿਆ ਵੀ ਅਸੀਂ ਕਿਵੇਂ ਕੀਤਾ, ਕੀ ਕੀਤਾ ਸੀ, ਉਹਨਾਂ ਨੂੰ ਕੀ ਦਿੱਤਾ, ਲੇਕਿਨ ਉਹ ਕਹਿੰਦੀ was it easy to find, ਉਹ ਕਹਿੰਦਾ ਸ਼ੁਰੂ 'ਚ ਸੌਖਾ ਨਹੀਂ ਸੀਗਾ, ਹੁਣ ਉਹ ਸ਼ਾਇਦ ਦੱਸਣ ਵਾਲਾ ਕਿ ਅਸੀਂ ਐਸਾ ਕੀ ਕੀਤਾ ਹੋਏਗਾ. At first, but then we convinced them that by taking part in the research, they were actually benefiting themselves by preparing for an exam which is coming up later this term. And it worked.
good. And the answer is B, ਕਿਉਂਕਿ ਕਹਿੰਦੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਸੀਂ ਹੈਲਪ ਕਰ ਦੋਗੇ ਤਾਂ ਐਕਚੁਅਲੀ ਤੁਸੀਂ ਆਪਣੀ ਹੀ ਫਾਇਦਾ ਕਰੋਗੇ ਕਿਉਂਕਿ ਇਹ ਤੁਹਾਨੂੰ ਆਉਣ ਵਾਲੇ ਐਗਜ਼ਾਮਸ 'ਚ ਹੈਲਪ ਕਰੇਗਾ। ਸੋ ਦੀ ਆਨਸਰ ਇਜ਼ in a test ਵਾਲਾ ਜਿਹੜਾ ਵੀ ਆਪਸ਼ਨ ਸੀ B। ਲੀਲਾ and Jake changed the design of the original questionnaire। ਕੀ ਪੜ੍ਹਨਾ ਇਹਨੂੰ? ਕੁਐਸਚਨਏਅਰ ਤੇ ਜਿਨ੍ਹਾਂ ਦਾ ਵੀ ਐਗਜ਼ਾਮ ਆਉਣ ਵਾਲਾ ਰੱਟੇ ਲਾ ਲਓ ਸਪੈਲਿੰਗ ਦੇ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਲਿਸਨਿੰਗ ਦੇ ਵਿੱਚ ਇਹ ਆਨਸਰ ਬੰਦਾ ਕੁਐਸਚਨ ਪੇਪਰ ਨੂੰ ਕੀ ਬੋਲਿਆ ਜਾਂਦਾ ਉਧਰ? ਕੁਐਸਚਨਏਅਰ NNAIRE। क्यों? It was too short for their purpose. It asked misleading questions. It contained out of date points ਸੀਗੇ ਜਿਹਦੇ ਕਰਕੇ ਉਹਨਾਂ ਨੇ ਉਹਨੂੰ ਚੇਂਜ ਕੀਤਾ। So how did you find out what the students thought about doing the crosswords? A questionnaire. The original article used a 2-page long questionnaire. There were lots of excellent questions on it, but the whole section on difficulties using IT is now obsolete. Old-fashioned even though it had only been written a couple of years ago. So you designed a shorter version? Yeah. Then we sent it to the 40 students by email and got... The answer is why? ਸੋ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਉਹ ਪਹਿਲਾਂ ਦੇ ਆਰਟੀਕਲ ਉਹਨਾਂ ਨੇ ਕੀਤਾ ਹੋਇਆ ਪਹਿਲਾਂ ਦੇ ਆਰਟੀਕਲਸ ਤੇ ਰਿਸਰਚ ਕੀਤੀ ਹੈ। ਨਹੀਂ ਪਹਿਲੇ ਵਾਲਾ ਆਰਟੀਕਲ ਕੀ ਸੀਗਾ? ਬੜਾ ਲੰਬਾ ਸੀ 2 ਪੇਜ ਲੌਂਗ ਸੀਗਾ ਠੀਕ ਹੈ। ਸੋ ਲਾਸਟ ਲਾਈਨ ਦੇ ਵਿੱਚ ਉਹਨੇ ਕੀ ਕਿਹਾ ਤਾਂ ਫਿਰ ਤੁਸੀਂ ਉਹਨੂੰ ਕੀ ਕੀਤਾ? ਕੱਟ ਸ਼ਾਰਟ ਕੀਤਾ। ਸੋ ਜਿਹਦੇ ਕਰਕੇ ਟੂ ਸ਼ਾਰਟ ਵਾਲਾ ਤਾਂ ਹੋ ਹੀ ਨਹੀਂ ਸਕਦਾ ਨਾ। ਇਹਨਾਂ ਨੇ ਘੱਟੋ ਘੱਟ ਸ਼ਾਰਟ ਕੀਤਾ। ਕਾਰਨ ਕੀ ਹੈ? ਉਹਦੇ ਵਿੱਚ ਬਹੁਤ ਫਾਲਤੂ ਦੀਆਂ ਚੀਜ਼ਾਂ ਪਾਈਆਂ ਹੋਈਆਂ ਸੀਗੀਆਂ। ਉਹਨੇ ਕੁਝ ਲਾਸਟ ਈਅਰ ਵੀ ਯੂਜ਼ ਕੀਤਾ ਦੈਟ ਜਸਟੀਫਾਈ ਕਰਦਾ ਕਿ ਉਹਦੇ ਵਿੱਚ ਜਿਹੜੇ ਪੁਆਇੰਟ ਸੀਗੇ ਆਊਟ ਆਫ ਡੇਟਡ ਸੀਗੇ ਜਿਹਦੇ ਕਰਕੇ ਉਹਨਾਂ ਨੇ ਉਹ ਆਪਣੇ ਕੁਐਸਚਨ ਨੂੰ ਚੇਂਜ ਕੀਤਾ। ਲਾਸਟ ਕੁਐਸਚਨ ਲੀਲਾ ਵਾਸ ਸਰਪ੍ਰਾਈਜ਼ਡ ਬਾय ਦ ਫੈਕਟ ਹੈਰਾਨ ਹੋ ਗਈ ਕਿਸੇ ਚੀਜ਼ ਤੋਂ। ਇਟ ਇਜ਼ ਨਾਰਮਲ ਫॉर ਕੁਐਸਚਨ returns to be lower. So many students sent back their questionnaires. The questionnaire responses were of such high quality. समझो question ਨੂੰ? ਕਿਸੇ ਨੂੰ ਸਮਝ ਲੱਗਾ ਮੈਨੂੰ ਦੱਸਿਓ honestly। ਇਹਦਾ ਮਤਲਬ ਕੀ ਹੈ question ਦਾ? ਕਿਉਂਕਿ ਜਿੰਨਾ ਜ਼ਿਆਦਾ ਅੱਛੇ ਤਰੀਕੇ ਨਾਲ ਵਿਜ਼ੂਅਲਾਈਜ਼ ਕਰੋਗੇ ਸਮਝ ਆਏਗਾ, ਧਿਆਨ ਨਾਲ ਸੁਣੋਗੇ, ਆਨਸਰ ਲਗਾਓਗੇ। ਉਹਨਾਂ ਨੇ ਆਪਣੀ ਰਿਸਰਚ ਕੰਡਕਟ ਕਰਨੀ ਆ ਹੈ ਨਾ। ਇੱਕ ਤਾਂ ਉਹਨਾਂ ਨੇ ਕਲਾਸਰੂਮ 'ਚ ਉਹ ਐਕਟੀਵਿਟੀ ਜੀ ਦੇਤੀ ਹੋਣੀ ਆ। ਫਿਰ ਉਹਨਾਂ ਨੇ ਨਾ ਕੁਐਸਚਨੇਅਰ ਮਤਲਬ ਇੱਕ ਫਾਰਮ ਜਿਹਾ ਦੇਤਾ ਬੱਚਿਆਂ ਨੂੰ ਭਰਨ ਲਈ ਵੀ ਸਾਨੂੰ ਭਰ ਕੇ ਤੁਸੀਂ ਵਾਪਸ ਭੇਜ ਦਿਓ। ਹੁਣ ਉਹਦੇ ਉੱਤੇ ਕਈ ਕੁਐਸਚਨ ਸੀਗੇ ਜਿਨ੍ਹਾਂ ਦੇ ਉਹਨਾਂ ਨੇ ਆਨਸਰ ਕਰਨੇ ਸੀਗੇ। ਹੁਣ ਉਹ ਕੁੜੀ ਆ ਕਿਸੇ ਚੀਜ਼ ਤੋਂ ਸਰਪ੍ਰਾਈਜ਼ਡ ਆ। ਕਿਹੜੀ ਚੀਜ਼ ਤੋਂ ਸਰਪ੍ਰਾਈਜ਼ਡ ਆ? ਕਿ ਇਟ ਇਜ਼ ਨਾਰਮਲ ਫॉर ਕੁਐਸਚਨ ਰਿਟਰਨ ਟੂ ਬੀ ਸੋ ਲੋ ਮਤਲਬ ਦਿੱਤੇ 50 ਨੂੰ 2-3 ਹੀ ਭਰ ਕੇ ਵਾਪਸ ਦੇ ਕੇ ਗਏ। ਦੂਸਰਾ ਕੀ ਹੈ ਕਿ ਇੰਨੇ ਜਾਣੇ ਸਟੂਡੈਂਟਸ ਆ ਜਿਨ੍ਹਾਂ ਨੇ ਵਾਪਸ ਭੇਜਤੇ। ਸਰਪ੍ਰਾਈਜ਼ਿੰਗ ਲੱਗ ਰਿਹਾ ਹੈ। ਤੇ ਰਿਸਪੌਂਸਿਸ ਵਰ ਆਫ ਸੱਚ ਹਾਈ ਕੁਆਲਿਟੀ ਕੇ ਮਤਲਬ ਇੰਨੇ ਰੇਂਜ ਦੇ ਨਾਲ ਸਾਰਿਆਂ ਨੇ ਉਸ ਵਰਕ ਨੂੰ ਕੰਮ ਕੀਤਾ ਕਿ ਉਹਦੀ ਕੁਆਲਿਟੀ ਹੈ ਜਿਹੜੀ ਬਹੁਤ ਹਾਈ ਸੀ। ਲੈਟਸ ਸੀ ਵਾਟਸ ਅ ਸਰਪ੍ਰਾਈਜ਼ਿੰਗ ਫੈਕਟਰ। 28 replies. I was taken aback by the fact that everybody we talked to thought this was a good return. I mean, the responses were well written, people had taken a lot of care, but I was really disappointed with the low numbers. Yes, an important lesson to learn for an apprentice researcher. Yeah. And the answer is? Because she was disappointed. बस इन्ने की है so kind of a surprising positive sound लग रहे सी अपन but disappointing is also something that makes you feel oh what has happened, so the number was pretty low. Okay.